ਪੀਰਾ। ਛਾੜ ਕੇ ਕਰ ਹੈ ਆਨ ਕੀ ਆਸ। ਤੇ ਨਰ ਦੋਜਕ ਜਾਹੇਂਗੇ। ਸਤ ਭਾਖੈ ਰਵਿਦਾਸ। ਅਜਾਮਲ ਪਿੰਗਲਾ ਲੁਬਤ ਕੁੰਚਰ। ਗਏ ਹਰ ਕੈ ਪਾਸ। ਐਸੇ ਦੁਰਮਤ ਨਿਸਤਰੇ। ਤੂੰ ਕਿਉ ਨਾ ਤਰਹਿ ਰਵਿਦਾਸ। ਸਤ ਵਿਦਿਆ ਕੋ ਪੜ੍ਹੇ। ਪ੍ਰਾਪਤ ਕਰੇ ਸਦਾ ਗਿਆਨ। ਰਵਿਦਾਸ ਕਹੇ ਬਿਨ ਵਿਦਿਆ। ਨਰ ਕੋ ਜਾਨ ਅਜਾਨ। ਰਵਿਦਾਸ ਕਹੇ ਬਿਨ ਵਿਦਿਆ। ਨਰ ਕੋ ਜਾਨ ਅਜਾਨ। ਸਤਨਾਮ। ਜਪੋ ਜੀ ਸਤਨਾਮ। ਨਰ ਹਰ ਚੰਚਲ ਹੈ ਮਤ ਮੋਰੀ। ਕੈਸੇ ਭਗਤ ਕਰੂੰ ਮੈਂ ਤੋਰੀ। ਕੈਸੇ ਭਗਤ ਕਰੂੰ ਮੈਂ ਤੋਰੀ। ਟੇਕ ਤੂੰ ਮੋਹੇ ਦੇਖੈ। ਮੈਂ ਤੋਹੈ ਦੇਖੂੰ। ਪ੍ਰੀਤ ਪਰਸ ਪਰ ਹੋਈ। ਤੂੰ ਮੋਹੈ ਦੇਖੈ ਹਉ ਤੋਹੇ ਨਾ ਦੇਖੂੰ। ਇਹ ਮਤ ਸਭ ਬੁੱਧ ਖੋਈ।
ਸਭ ਘਟ ਅੰਤਰ ਰਮਸ ਨਿਰੰਤਰ। मैं देखत हूँ नहीं जाना गुण सब तोर मोर सब औगन कृति उपकार ना माना। मैं तो तोर मोरी असमझस कैसे कर निस्तारा। कह रविदास माधव करुणा में जय जय जगत आधारा। मैं तो तोर मोरी असमझस कैसे कर निस्तारा। कह रविदास माधव करुणा में जय जय जगत आधारा। जय जय जगत आधारा। नर हर चंचल है मत मोरी कैसे भगत करूं मैं तोरी टेक। तू मोहें दिखे मैं तो है देखूं। प्रीत परस पर होई तू मोहें दिखे हाँ तोहे ना देखूं। एह मत सब बुद्ध खोई सब घट अंतर रमस निरंतर। मैं देखत हूँ नहीं जाना गुण सब तोर मोर सब औगन कृत उपकार ना माना। मैं तो तोर मोरी असमझस कैसे कर निस्तारा। कह रविदास माधव करुणा में जय जय जगत आधारा। मैं तो तोर मोरी असमझस कैसे कर निस्तारा। कह रविदास माधव करुणा में जय जय जगत आधारा। जय जय जगत आधारा।
ਜਪੋ ਜੀ ਸਤਨਾਮ ਸਤਨਾਮ, ਤੇਰਾ ਨਾਮ ਸਦਾ ਸਤਨਾਮ। ਪਰਮ ਸਤਿਕਾਰਯੋਗ ਧੰਨ ਧੰਨ ਸੱਚੇ ਪਾਤਸ਼ਾਹ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪਾਵਨ ਦਰਬਾਰ ਸਤਿਗੁਰੂ ਰਵਿਦਾਸ ਧਾਮ ਬੂਟਾ ਮੰਡੀ ਵਿਖੇ ਇਕੱਤਰ ਹੋਈ ਸਤਿਗੁਰਾਂ ਦੀ ਪਾਵਨ ਔਰ ਪਵਿੱਤਰ ਅੰਮ੍ਰਿਤ ਬਾਣੀ ਦਾ ਅੰਮ੍ਰਿਤ ਪੀ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਪਝੱਤਰ ਨੰਬਰ ਸ਼ਬਦ ਜੋ ਕਿ 51 ਨੰਬਰ ਅੰਕ ਤੇ ਸੁਸ਼ੋਭਿਤ ਹੈ, ਇਹ ਸ਼ਬਦ ਸਾਨੂੰ ਅੱਜ ਦੇ ਹੁਕਮਨਾਮੇ ਦੇ ਰੂਪ ਦੇ ਵਿੱਚ ਬਖਸ਼ਿਸ਼ ਹੋਇਆ ਹੈ। ਤੇ ਆਓ ਹੁਣ ਆਪਾਂ ਸਾਰੇ ਆਪਣੀ ਬਿਰਤੀਆਂ ਨੂੰ ਇਕਾਗਰ ਕਰੀਏ ਤੇ ਜੋ ਗੁਰੂ ਪਾਤਸ਼ਾਹ ਜੀ ਦਾ ਹੁਕਮ ਅੱਜ ਇਸ ਸ਼ਬਦ ਦੇ ਰਾਹੀਂ ਸਾਨੂੰ ਬਖਸ਼ਿਸ਼ ਹੋਇਆ ਹੈ, ਉਸ ਸ਼ਬਦ ਦੇ ਨਾਲ ਜੁੜੀਏ ਤੇ ਜੋ ਮਾਰਗ ਗੁਰੂ ਪਾਤਸ਼ਾਹ ਜੀ ਨੇ ਇਸ ਸ਼ਬਦ ਦੇ ਰਾਹੀਂ ਸਾਨੂੰ ਦਿਖਾਇਆ ਹੈ, ਉਸ ਮਾਰਗ ਤੇ ਚੱਲ ਕੇ ਆਪਣਾ ਲੋਕ ਤੇ ਪਰਲੋਕ ਸਵਾਰੀਏ। ਗੁਰੂ ਪਿਆਰੀ ਸਾਧ ਸੰਗਤ ਜੀ, ਭਗਤੀ ਇਹ ਬੜੀ ਉੱਚੀ ਸੁੱਚੀ ਅਵਸਥਾ ਦਾ ਨਾਮ ਹੈ ਔਰ ਇਸ ਭਗਤੀ ਦੇ ਮਾਰਗ ਤੇ ਚੱਲ ਕੇ ਆਪਣੀ ਮੰਜ਼ਿਲ ਨੂੰ ਪਾ ਲੈਣਾ ਇਹ ਬੜੇ ਵਿਰਲਿਆਂ ਦਾ ਕਾਰਜ ਹੈ। ਆਪਾਂ ਪੜ੍ਹਦੇ ਹਾਂ ਨਾ ਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅੰਦਰ, ਆਖਾ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਮ। ਨਾਮ ਜਪਣਾ, ਭਗਤੀ ਕਰਨੀ ਇਹ ਕੋਈ ਇਤਨਾ ਆਸਾਨ ਕਾਰਜ ਨਹੀਂ ਹੈ। ਇਸੇ ਕਰਕੇ ਗੁਰੂ ਮਹਾਰਾਜ ਜੀ ਨੇ ਪਾਵਨ ਬਾਣੀ ਦੇ ਅੰਦਰ ਫਰਮਾਇਆ ਹੈ ਕਿ ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ। ਠੀਕ ਹੈ ਭਾਈ, ਤੂੰ ਬਹੁਤ ਵੱਡਾ ਵਿਦਵਾਨ ਹੋਏਗਾ, ਤੂੰ ਸੂਰਵੀਰ ਸੂਰਮਾ ਹੋਏਗਾ, ਤੂੰ ਛਤਰਪਤੀ ਰਾਜਾ ਵੀ ਬਣ ਸਕਦਾ ਆ। ਪੰਡਤ ਸੂਰ ਛਤਰਪਤ ਰਾਜਾ, ਲੇਕਿਨ ਇਹ ਤਿੰਨਾਂ ਦਰਜਿਆਂ ਦੇ ਨਾਲੋਂ ਵੀ ਕਈ ਗੁਣਾ ਮਹਾਨ ਦਰਜਾ ਹੈ ਇੱਕ ਪਰਮਾਤਮਾ ਦੇ ਭਗਤ ਦਾ। ਭਗਤ ਬਰਾਬਰ ਔਰ ਨਾ ਕੋਈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਰੱਬ ਦੀ ਭਗਤੀ ਕਰਨ ਵਾਲੇ ਦੇ ਸਮਾਨ ਭਾਈ ਹੋਰ ਕੋਈ ਨਹੀਂ ਹੈ। ਇਸੇ ਲਈ ਚਾਹੇ ਵਿਦਵਾਨ ਹੋਣ, ਚਾਹੇ ਸੂਰਬੀਰ ਸੂਰਮੇ ਹੋਣ ਤੇ ਚਾਹੇ ਛਤਰਪਤੀ ਰਾਜੇ ਕਿਉਂ ਨਾ ਹੋਣ,
ਕਿਤੇ ਨਾ ਕਿਤੇ ਉਹਨਾਂ ਨੂੰ ਉਹਨਾਂ ਮਹਾਂਪੁਰਸ਼ਾਂ ਦੇ ਅੱਗੇ ਝੁਕਣਾ ਪੈਂਦਾ ਆ, ਜਿਨ੍ਹਾਂ ਦੇ ਕੋਲ ਨਾਮ ਦੀਆਂ ਕਮਾਈਆਂ ਆ, ਜਿਨ੍ਹਾਂ ਕੋਲ ਭਗਤੀ ਦੇ ਖਜ਼ਾਨੇ ਆ। ਜਿਵੇਂ ਕਿ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਵਿੱਚ ਲਗਭਗ 52 ਰਾਜੇ ਰਾਣੀਆਂ ਬਾਦਸ਼ਾਹਾਂ ਦੇ ਕਰੀਬ ਸ਼ਾਹੂਕਾਰ ਆ ਕੇ ਝੁਕੇ। ਉਹਦਾ ਕਾਰਨ ਕੀ ਸੀ ਕਿ ਜਿਹੜਾ ਉਹਨਾਂ ਕੋਲ ਭਗਤੀ ਦਾ ਖਜ਼ਾਨਾ ਆ, ਇਹ ਖਜ਼ਾਨੇ ਨੂੰ ਹਾਸਲ ਕਰਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ। ਐਸਾ ਕਿਉਂ ਹੈ, ਉਹ ਅੱਜ ਆਪਾਂ ਇਸ ਸ਼ਬਦ ਦੀ ਵਿਚਾਰ ਦੇ ਵਿੱਚ ਵਿਚਾਰਾਂਗੇ। ਨਰ ਹਰ ਐ ਮੇਰੇ ਮਾਲਕਾ। ਨਰ ਹਰ ਦਾ ਅਰਥ ਹੈ ਅਕਾਲ ਪੁਰਖ। ਨਰ ਦਾ ਭਾਵ ਇਨਸਾਨ ਕਹਿ ਲਓ, ਪੁਰਖ ਕਹਿ ਲਓ। ਹਰ ਦਾ ਅਰਥ ਹੈ ਪਰਮਾਤਮਾ। ਅਕਾਲ ਪੁਰਖ ਚੰਚਲ ਹੈ ਮਤ ਮੋਰੀ। ਮੇਰੀ ਜਿਹੜੀ ਮਤ ਆ, ਇਹ ਚੰਚਲਤਾ ਦੇ ਨਾਲ ਭਰੀ ਹੋਈ ਹੈ। ਔਰ ਚੰਚਲਤਾ ਦੇ ਨਾਲ ਭਰੀ ਹੋਈ ਜਿਹੜੀ ਮਤ ਆ ਮੇਰੇ ਮਾਲਕਾ, ਉਹਦੇ ਨਾਲ ਮੈਂ ਤੇਰੀ ਭਗਤੀ ਕਿਵੇਂ ਕਰਾਂ? ਇਹ ਭਗਤੀ ਨਹੀਂ ਹੋ ਸਕਦੀ ਜਦ ਤੱਕ ਸਾਡੀ ਜਿਹੜੀ ਮਤ ਆ ਉਹ ਚੰਚਲਤਾ ਦੇ ਨਾਲ ਭਰੀ ਹੋਈ ਹੈ। ਬੜਾ ਵੱਡਾ ਰੋਲ ਹੈ ਸਾਡੇ ਜੀਵਨ ਦੇ ਵਿੱਚ ਸਾਡੀ ਮਤ ਦਾ, ਸਾਡੇ ਮਨ ਦਾ। ਜਿਸ ਤਰ੍ਹਾਂ ਦਾ ਸਾਡਾ ਮਨ ਆ, ਜੈਸੀ ਸਾਡੀ ਮਤ ਆ, ਤੈਸਾ ਸਾਡਾ ਕਰਮ ਹੁੰਦਾ ਆ। ਹੁਣ ਮਨ ਜਿਹੜਾ ਸਾਡਾ ਆ, ਇਹ ਤਾਂ ਮਾਇਆ ਕੇ ਹੱਥ ਬਿਕਾਨੋ, ਇਹ ਤਾਂ ਵਿਕਿਆ ਹੋਇਆ ਮਾਇਆ ਦੇ ਹੱਥੋਂ, ਭਾਵ ਮਾਇਆ ਦੇ ਅਧੀਨ ਆ। ਇਹ ਸਾਡਾ ਜਿਹੜਾ ਮਨ ਆ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹਦੇ ਅਧੀਨ ਆ। ਇੱਕ ਵਿਕਾਰ ਘਟਦਾ ਆ, ਦੂਜਾ ਪ੍ਰਬਲ ਹੋ ਜਾਂਦਾ ਆ। ਹੁਣ ਦੂਜੇ ਤੋਂ ਥੋੜੀ ਮੁਕਤੀ ਮਿਲਦੀ ਹੈ, ਤੀਸਰਾ ਸ਼ੇਰ ਬਣ ਜਾਂਦਾ ਆ। ਔਰ ਤੀਸਰਾ ਜਦ ਥੋੜਾ ਠੰਡਾ ਹੁੰਦਾ ਆ, ਸ਼ਾਂਤ ਹੁੰਦਾ ਆ, ਚੌਥਾ ਵਿਕਾਰ ਆਪਣਾ ਪ੍ਰਭਾਵ ਕਾਇਮ ਕਰ ਲੈਂਦਾ ਆ। ਜੇ ਅਸੀਂ ਦੇਖੀਏ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਜਿਹੜਾ ਸਾਡਾ ਸਮਾਂ ਆ, ਉਹ ਇਹਨਾਂ 5 ਵਿਕਾਰਾਂ ਦੇ ਵਿੱਚ ਹੀ ਬੀਤਦਾ ਆ। ਹੁਣ ਜਿਤਨੀ ਦੇਰ ਕਿਸੇ ਵਿਕਾਰ ਦਾ ਪ੍ਰਭਾਵ ਸਾਡੇ ਉੱਪਰ ਹੈ ਤਾਂ ਕਰਮ ਸਹੀ ਨਹੀਂ ਹੋਏਗਾ। ਮਨ ਮੈਲ ਨਾਲ ਭਰੇਗਾ, ਮਤ ਮਲੀਨ ਹੋਏਗੀ, ਔਰ ਮਲੀਨ ਮਤ, ਮੈਲਾ ਮਨ ਰੱਬ ਨਾਲ ਕਿਵੇਂ ਜੁੜ ਸਕਦਾ ਆ? ਬੜਾ ਕਠਿਨ ਹੈ। ਇਸੇ ਕਰਕੇ ਜਿਨ੍ਹਾਂ ਦਾ ਮਨ ਬਿਲਕੁਲ ਵੀ ਟਿਕਾਓ ਦੇ ਵਿੱਚ ਨਹੀਂ ਹੈ, ਉਹ ਕਦੇ ਸਤਸੰਗ ਦੇ ਵਿੱਚ ਨਹੀਂ ਬਹਿ ਸਕਦੇ। ਉਹ ਕਈ ਦਫਾ ਆਉਂਦੇ ਆ, ਜਿਨ੍ਹਾਂ ਕੋ ਵਿਚਾਰਿਆਂ ਕੋ ਅਭਿਆਸ ਨਹੀਂ ਹੈ ਗੁਰੂ ਦੀ ਬਾਣੀ ਨੂੰ ਸੁਣਨ ਦਾ, ਸ਼ਬਦ ਦੀ ਵਿਚਾਰ ਨੂੰ ਸੁਣਨ ਦਾ। ਉਹ ਜਦ ਕਿਤੇ ਉਹਨਾਂ ਨੂੰ ਆਉਣਾ ਵੀ ਪੈਂਦਾ ਨਾ, ਜਾਂ ਸਮਾਂ ਉਹਨਾਂ ਨੂੰ ਲੈ ਆਉਂਦਾ ਆ, ਜਾਂ ਕਿਸੇ ਮਜਬੂਰੀ ਬਸ ਆ ਗਏ, ਤਾਂ ਵਿਚਾਰੇ ਬੜਾ ਔਖਾ ਟਾਈਮ ਪਾਸ ਕਰਦੇ ਆ। ਉਹ ਕਦੇ ਇੱਧਰ ਦੇਖਣਗੇ, ਕਦੇ ਇੱਧਰ ਦੇਖਦੇ ਆ, ਕਦੇ ਆਪਣੇ ਆਸ-ਪਾਸ ਦੇ ਬੈਠੇ ਆਪਣੇ ਸਾਥੀਆਂ ਨੂੰ ਦੇਖਦੇ ਆ, ਕਦੇ ਘੜੀ ਦੇਖਦੇ ਆ ਵੀ ਕਿੰਨਾ ਟਾਈਮ ਹੋ ਗਿਆ, ਪਤਾ ਨਹੀਂ ਕਦ ਬੰਦ ਹੋਣਾ ਇਹ ਸਭ, ਤੇ ਅਸੀਂ ਜਾਈਏ। ਉਹੀ ਲੋਕ ਜਦ ਕਿਤੇ ਆਮ ਆਪਣੇ ਮਿੱਤਰਾਂ ਦੋਸਤਾਂ ਦੇ ਵਿੱਚ ਬਹਿੰਦੇ ਆ ਤੇ 3-3 4-4 ਘੰਟੇ ਲਗਾਤਾਰ ਬਹਿੰਦੇ ਆ, ਤੇ ਉਹ ਸਮਾਂ ਉਹਨਾਂ ਨੇ ਇਸ ਕਦਰ ਪਾਸ ਕਰ ਲੈਣਾ ਵੀ ਜਿਵੇਂ ਬੜਾ ਥੋੜਾ ਸਮਾਂ ਹੋਵੇ। 3 ਘੰਟੇ ਦਾ ਸਮਾਂ ਸਤਸੰਗ ਦੇ ਵਿੱਚ ਬੈਠਣਾ, ਗੁਰੂ ਦੀ ਬਾਣੀ ਨਾਲ ਜੁੜਨਾ ਬੜਾ ਕਠਿਨ ਆ। ਲੇਕਿਨ ਇਹੀ 3 ਘੰਟੇ ਦਾ ਸਮਾਂ ਇੱਕ ਥੀਏਟਰ ਦੇ ਵਿੱਚ ਬਹਿ ਕੇ ਗੁਜ਼ਾਰਨਾ
ਤੇ ਕਹਿੰਦੇ ਪਤਾ ਹੀ ਨਹੀਂ ਲੱਗਿਆ ਵੀ ਭਾਈ ਕਦੋਂ 3 ਘੰਟੇ ਹੋ ਗਏ। ਹੁਣ ਉਹਦਾ ਕਾਰਨ ਕੀ ਹੈ? ਸਾਡਾ ਤਾਲਮੇਲ, ਸਾਡਾ ਮਨ, ਸਾਡੀ ਮਤ। ਮਨ ਸਾਡਾ ਕ੍ਰੋਧ ਦੇ ਵਿੱਚ ਆ ਤੇ ਅੱਗੇ ਕ੍ਰੋਧ ਚੱਲ ਰਿਹਾ ਤੇ ਤਾਲਮੇਲ ਸਹੀ ਬੈਠ ਜਾਂਦਾ ਆ। ਮਨ ਲੋਭੀ ਹੈ, ਅੱਗਿਓਂ ਲੋਭ ਨਜ਼ਰ ਆਉਂਦਾ ਆ, ਬੜਾ ਵਧੀਆ ਲੱਗਦਾ ਆ। ਮਨ ਅਹੰਕਾਰੀ ਹੈ, ਅੱਗੇ ਪਿਕਚਰ ਦੇ ਵਿੱਚ ਸਾਨੂੰ ਅਹੰਕਾਰ ਦਿਖਾਇਆ ਜਾ ਰਿਹਾ ਆ। ਅਹੰਕਾਰ ਦੇ ਬੋਲ ਆ, ਅਹੰਕਾਰ ਵਾਲੇ ਕਰਮ ਆ ਤੇ ਆਪੇ ਵਧੀਆ ਲੱਗਦਾ ਆ। ਮਨ ਲੋਭੀ ਹੈ, ਅੱਗੇ ਲੋਭ ਦਿਖਾਇਆ ਜਾ ਰਿਹਾ ਆ ਤੇ ਮਨ ਨੂੰ ਬੜਾ ਭਾਉਂਦਾ ਆ। ਇਸ ਕਰਕੇ ਉਹ 3 ਘੰਟੇ ਦੀ ਵਿੱਚ ਜਿਹੜੀ ਪਿਕਚਰ ਆ ਉਹ ਬੜੀ ਵਧੀਆ ਲੱਗ ਜਾਂਦੀ ਹੈ, ਸਮਾਂ ਬੜਾ ਵਧੀਆ ਨਿਕਲ ਜਾਂਦਾ ਆ। ਤਾਂ ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਜਿੱਥੇ ਤਾਲਮੇਲ ਹੀ ਨਹੀਂ ਬੈਠ ਰਿਹਾ ਉੱਥੇ ਆਨੰਦ ਭਲਾ ਕਿਵੇਂ ਆਏਗਾ? ਹੁਣ ਸਾਡੇ ਅੰਦਰ ਕ੍ਰੋਧ ਆ ਤੇ ਗੁਰੂ ਮਹਾਰਾਜ ਜੀ ਸ਼ਾਂਤੀ ਦੀ ਗੱਲ ਕਰ ਰਹੇ ਆ ਤੇ ਭਲਾ ਤਾਲਮੇਲ ਕਿੱਥੇ ਬਹਿ ਜਾਏਗਾ? ਸਾਡੇ ਅੰਦਰ ਅਹੰਕਾਰ ਆ ਤੇ ਗੁਰੂ ਮਹਾਰਾਜ ਜੀ ਦੀ ਬਾਵਨ ਬਾਣੀ ਦੇ ਵਿੱਚ ਨਿਮਰਤਾ ਦੀ ਗੱਲ ਆ, ਨੀਵੇਂ ਹੋਣ ਦੀ ਗੱਲ ਆ, ਤੇ ਤਾਲਮੇਲ ਕਿੱਥੇ ਬਹਿ ਜਾਏਗਾ? ਗੁਰੂ ਪਿਆਰੇ ਸਾਧ ਸੰਗਤ ਜੀ, ਸਾਡੇ ਅੰਦਰ ਲੋਭ ਆ ਤੇ ਗੁਰੂ ਮਹਾਰਾਜ ਜੀ ਕੁਛ ਦੇਣਾ ਸਿਖਾਉਂਦੇ ਆ, ਤਿਆਗਣਾ ਸਿਖਾਉਂਦੇ ਆ, ਤੇ ਤਾਲਮੇਲ ਕਿੱਥੇ ਬਹਿ ਜਾਏਗਾ? ਸਾਡੇ ਅੰਦਰ ਕ੍ਰੋਧ ਹੈ, ਲੜਾਈ ਝਗੜਾ ਆ ਤੇ ਗੁਰੂ ਮਹਾਰਾਜ ਜੀ ਸਭਨਾਂ ਨਾਲ ਪ੍ਰੇਮ ਕਰਨਾ ਸਿਖਾਉਂਦੇ ਆ, ਤਾਲਮੇਲ ਨਹੀਂ ਬੈਠਦਾ। ਇਸ ਕਰਕੇ ਮਨ ਵੀ ਨਹੀਂ ਟਿਕਦਾ, ਮਨ ਨੂੰ ਮਨ ਦੀ ਖੁਰਾਕ ਨਹੀਂ ਮਿਲਦੀ। ਨਰ ਹਰ ਐ ਮੇਰੇ ਮਾਲਕਾ, ਚੰਚਲ ਹੈ ਮਤ ਮੋਰੀ। ਮੇਰੀ ਜਿਹੜੀ ਮਤ ਆ ਇਹ ਚੰਚਲਤਾ ਦੇ ਨਾਲ ਭਰੀ ਹੋਈ ਹੈ ਤੇ ਕੈਸੇ ਭਗਤ ਕਰੂੰ ਮੈਂ ਤੋਰੀ ਪਰਮਾਤਮਾ, ਮੈਂ ਤੇਰੀ ਭਗਤੀ ਕਿਵੇਂ ਕਰਾਂ? ਮਨ ਟਿਕਦਾ ਨਹੀਂ, ਮਨ ਜੁੜਦਾ ਨਹੀਂ, ਆਨੰਦ ਬਣਦਾ ਨਹੀਂ ਹੈ। ਤੂੰ ਕਿਰਪਾ ਕਰ, ਤੂੰ ਆਪਣੀ ਰਹਿਮਤ ਕਰ ਤਾਂ ਕਿ ਇਹ ਜਿਹੜਾ ਮਨ ਆ ਇਹ ਤੇਰੇ ਚਰਨਾਂ ਨਾਲ ਜੁੜ ਜਾਏ। ਅੱਗੇ ਪਾਤਸ਼ਾਹ ਜੀ ਫਰਮਾਉਂਦੇ ਨੇ, ਤੂੰ ਮੋਹੈ ਦੇਖੈ ਮੈਂ ਤੋਹੈ ਦੇਖੂੰ, ਪ੍ਰੀਤ ਪਰਸ ਪਰ ਹੋਈ। ਤੂੰ ਮੋਹੈ ਦੇਖੈ ਹਉ ਤੋਹੇ ਨਾ ਦੇਖੂੰ, ਇਹ ਮਤ ਸਭ ਬੁੱਧ ਖੋਈ। ਮਹਾਰਾਜ ਜੀ ਨੇ ਬੜੇ ਸੁੰਦਰ ਬਚਨ ਉਚਾਰਨ ਕੀਤੇ ਇਸ ਪੰਕਤੀ ਦੇ ਵਿੱਚ। ਬਚਨ ਤਾਂ ਖੈਰ ਮਹਾਰਾਜ ਜੀ ਦੇ ਸਾਰੇ ਸੁੰਦਰ ਹੈ, ਲੇਕਿਨ ਇਹ ਹੈ ਵੀ ਕਈ ਬਚਨ ਸਾਡੇ ਮਨ ਨੂੰ ਬੜੇ ਭਾ ਜਾਂਦੇ ਹੈ। ਤੂੰ ਮੋਹੇ ਦੇਖੇ ਮੈਂ ਤੋਹੇ ਦੇਖੂ, ਮੇਰੇ ਮਾਲਕਾ ਤੂੰ ਮੈਨੂੰ ਦੇਖੇ ਮੈਂ ਤੈਨੂੰ ਦੇਖਾਂ। ਤੂੰ ਮੇਰੇ ਸਨਮੁਖ ਹੋਵੇ ਮੈਂ ਤੇਰੇ ਸਨਮੁਖ ਹੋਵਾਂ। ਪ੍ਰੀਤ ਪਰਸ ਪਰ ਹੋਈ, ਤੇ ਪ੍ਰੀਤ ਕਹਿੰਦੇ ਬਰਾਬਰ ਦੀ ਪੈਂਦੀ ਹੈ, ਇੱਕੋ ਜਿਹੀ ਪੈਂਦੀ ਹੈ। ਉਹ ਕਹਿੰਦੇ ਨਾ ਵੀ ਜਿਹੜਾ ਪ੍ਰੇਮ ਹੈ ਇੱਕ ਤਰਫਾ ਨਾ ਹੋਵੇ, ਫਿਰ ਦੋਨੋਂ ਤਰਫਾ ਹੋਵੇ ਨਾ, ਆਨੰਦ ਤਾਂ ਆ। ਮੇਰੇ ਮਾਲਕਾ ਤੂੰ ਮੇਰੇ ਸਾਹਮਣੇ ਬੈਠਾ, ਮੈਂ ਤੈਨੂੰ ਦੇਖਾਂ, ਤੂੰ ਮੈਨੂੰ ਦੇਖੇ, ਤਾਂ ਫਿਰ ਪ੍ਰੀਤ ਦਾ ਆਨੰਦ ਬੜਾ ਆ। ਹੁਣ ਤੇਰੇ ਕੋਲ ਤਾਂ ਕੁਝ ਨਹੀਂ ਲੁਕਿਆ, ਤੂੰ ਤਾਂ ਸਭਨਾਂ ਨੂੰ ਦੇਖ ਸਕਦਾ ਆ। ਹਾਂ ਤੋਹੇ ਨਾ ਦੇਖੂੰ, ਲੇਕਿਨ ਸਾਨੂੰ ਅਜੇ ਤੂੰ ਨਜ਼ਰ ਨਹੀਂ ਆ ਰਿਹਾ, ਇਹ ਮਤ ਸਭ ਬੁੱਧ ਖੋਈ। ਮੈਨੂੰ ਇੱਥੇ ਯਾਦ ਆ ਗਏ ਧੰਨ ਗੁਰੂ ਕਬੀਰ ਪਾਤਸ਼ਾਹ ਜੀ ਦੇ ਬਚਨ। ਮਹਾਰਾਜ ਜੀ ਪ੍ਰਭੂ ਚਰਨਾਂ ਦੇ ਵਿੱਚ ਇਹ ਬੇਨਤੀ ਕਰਦੇ ਨੇ, ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ
बिनती मेरी हाँ वारी मुख फेर प्यारे करवट दे मोको काहे को मारे। गुरु महाराज जी फरमाउण लगे कि मालक करवत भला, मेरा तेरे नाल प्रेम ऐसा। मैं देखो प्रेम की गल हुण एक पासे असीं भी कहंदे भी साडा जी गुरु नाल बड़ा प्यार है, असीं तां गुरु दे मिशन नूं लैके चलदे हां, लेकिन साडा प्रेम अजे नहीं। गुरु महाराज किरपा करन साडा भी गुरु नाल इहो जिहा प्यार पै जाए। महाराज जी फरमाउंदे ने करवत भला ना करवट तेरी। करवत कहंदे ने आरे नूं, चलना, आरा चलना, चीरिया जाना। इस शरीर दे उपर आरा चल जाए, मेरा शरीर कई टुकड़ियां दे विच कटिया जाए, इधरले पासे भी मेरी मौत है ते मेरे मालका तू मेरे तो मुख मोड़िया, इधरले पासे भी मेरी मौत है। मैं दोनों पासे मर रहा हाँ। जिद्दां कहंदे ने एक पासे खूह ते एक पासे समुंदर, मौत दोनों पासे है। मैं जावां किधर? दोनों पासे मौत है। तो हुण मैं इस गल नूं चुनना आ भी आसान मौत किहड़ी है, आसान किहड़ी है। क्योंकि जद भी किते दो राह होण ना, दो पक्ष हो जाण ते चाहे लगभग बराबर होण, लेकिन फिर भी उहनूं पहल दित्ती जांदी जिहड़ा चाहे 2% ही वधिया क्यों ना होवे दूजे नालों। हुण महाराज जी कहंदे मेरे मालका मौत तां दोनों पासे है। फिर महाराज जी ने चुनिया, कहंदे इंज कर मालका बई शरीर कटा दे, ये शरीर ते आरा चल जाए, जिन्ने मर्जी टुकड़े हो जाण, ये मौत मेरे लिए फिर भी भली आ। इहदे विच मैनू इन्ना दर्द नहीं होना, इहदे विच मैनू इन्ना दुख नहीं लगना जिन्ना दुख जिन्ना दर्द मैनू इस गल ते हो रहा कि मेरे मालिक ने मेरे तो मुख मोड़िया होया है। इहो जी प्रीत तां ही कहंदे ना, जदों महाराज जी की बाणी पढ़ते हैं भी मालिक झट प्रगट हो गया। जदों ही मालिक नूं याद करते तो मालिक उहदे हाज़र हो जाते सी, क्योंकि प्रीत ही ऐसी है, मालिक नाल प्रेम ही ऐसा आ। साडा तो एवें गल्लां वाला प्रेम है, दिखावे वाला प्रेम है। साडा प्रेम ही तेल दीवियां बत्तियां वाला है, सच्चा प्रेम नहीं है साडा। महाराज जी फरमाउंदे ने कि शरीर दे उपर आरा चल जाए, शरीर कटिया जाए, ये मौत भली है। ना करवट तेरी, तेरा मुख मोड़ लेना, ये मौत बड़ी दर्दनाक है। हाँ वारी, मैं वारे जावां, मैं बलिहारे जावां, मैं कुर्बान जावां, मुख फेर प्यारे, मेरे मालका मेरे वल एक बारी मुख तां कर, अपना मुख तां मेरे वल कर। प्रीत परस पर होई, जे मेरी तेरे नाल प्रीत है मालका, तू भी थोड़ी बहुती प्रीत पा लै मेरे नाल, आनंद तां ही बनेगा ना। हाँ वारी मुख फेर प्यारे, करवट दे मुको काहे को मारे। एक करवट दे के मैनू क्यों मारदा आ, ये पासा बट के क्यों मैनू मारदा आ, ये मुख मोड़ के क्यों मारदा आ। जे मारना ही है तो उंज ही आरा चला दे। ऐसी प्रीत, ऐसा प्रेम। जो तन चीरे अंग ना मोरूं। देखो महाराज जी ने गांह वाली जिहड़ी पंक्ति है,
महाराज जी कहते जिस वेले मेरे मालिक आ मेरा ये शरीर कटिया जाना ना, ये मेरा वादा आ, जो तन चीरै अंग ना मोरों, मैं अपना कोई भी अंग पिछे नहीं खिंचांगा। मान लो कि इत्थे जे आरा चलिया, जदों थोड़ी बहुती भी चोट लगती है तो फिर साडा हाथ अपने आप पिछे आ जाता है, पिछे खिच हो जाता ना। माड़ी जी चोट लगी तो हाथ पिछे खिच हो गया। तो महाराज जी कहते मेरे मालिका जो तन चीरे, जदों ये तन चीरिया जाएगा अंग ना मोरूं, मैं अपना कोई भी अंग पिछे नहीं करांगा। पिंड परै तो प्रीत ना तोड़ूं, सारा शरीर कटिया जाए लेकिन तेरे नाल जिहड़ी प्रीत पई हुई है ये प्रीत नहीं तोड़ सकता, प्यार नहीं छड़ सकता, प्रेम नहीं छड़ सकता। तन कटिया जाए मंजूर आ, तन जल जाए राख हो जाए ये मंजूर आ, लेकिन तेरे नालों मुख मोड़ के मैं चलिया जावां ये मंजूर नहीं। इस करके मेरी बेनती तेरे चरनां दे विच भी है कि मेरे तो मुख ना मोड़ी। सारी दुनिया भावें मुख मोड़ लवे मेरे मालिका, मुख दुनिया मोड़ लवे मालिका, तू मुखड़ा ना मोड़ी। जे मुख दुनिया मोड़ लवे सतगुरु, तू मुखड़ा ना मोड़ी। तू मुखड़ा ना मोड़ी, तू मुखड़ा ना मोड़ी। तू मुखड़ा ना मोड़ी, तू मुखड़ा ना मोड़ी। मोड़ी मुख दुनिया मोड़ लवे मालिका, तू मुखड़ा ना मोड़ी। जी मुख दुनिया मोड़ लवे सतगुरु, तू मुखड़ा ना मोड़ी। तू मुखड़ा ना मोड़ी, तू मुखड़ा ना मोड़ी। तू मुखड़ा ना मोड़ी, तू मुखड़ा ना मोड़ी। मोड़ी मुख दुनिया मोड़ लवे प्रीतमा, तू मुखड़ा ना मोड़ी। जी मुख दुनिया मोड़ लवे वाहिगुरु, तू मुखड़ा ना मोड़ी। बेनती की कि सारी दुनिया भावें मुख मोड़ लवे लेकिन तू मुखड़ा कदे ना मोड़ी। सारी दुनिया मुख मोड़ लवे तां भी मालिका गड्डी चल जानी है, लेकिन जे तू मुख मोड़ लिया तो फिर मेरे पल्ले है की है। मारे बाप ते राखे कबना। जिस बच्चे नूं माँ बाप ही खत्म करन ते आ जाण, महाराज जी कहते भला उहनूं रखण वाला फिर कौन है। जे मालिका तू मुखड़ा मोड़ लिया तो फिर साडा इत्थे है ही कौन है। किस ही कोई कोई मंझ नहीं माणी एक तो। महाराज जी कहते होएगा किसी का कोई, किसी का कोई, किसी का कोई, किसी का कोई, लेकिन मेरा तो मेरे मालिका तूं है, मेरा तो तू है। इस करके मेरी बेनती है, मेरी जोदड़ी है, मेरी अरदास है मेरे मालिका तेरे चरनां दे विच कि बड़ी मुश्किल दे नाल ये प्रीत पई तेरे नाल।
मैं तो मोल महंगी लई जी सटै, बड़े महंगे मुੱਲ ਦੇ ਨਾਲ ਤੇਰੇ ਨਾਲ ਇਹ ਪ੍ਰੀਤ ਪਈ ਹੈ ਤੇ ਪ੍ਰੀਤ ਹੁਣ ਕਦੇ ਘਟ ਨਾ ਜਾਏ, ਇਹ ਪ੍ਰੇਮ ਕਿਧਰੇ ਘਟ ਨਾ ਜਾਏ। ਇਸ ਕਰਕੇ ਮੇਰੇ ਮਾਲਕਾ, ਮੇਰੀ ਜੋਦੜੀ ਹੈ, ਮੇਰੀ ਅਰਦਾਸ ਹੈ, ਮੇਰੀ ਬੇਨਤੀ ਹੈ ਤੇਰੇ ਚਰਨਾਂ ਦੇ ਵਿੱਚ, ਜੀ ਮੇਰੀ ਲੱਗੀ ਪ੍ਰੀਤੀ ਨੂੰ ਮਾਲਕਾ ਤੂੰ ਐਵੇਂ ਨਾ ਤੋੜੀ, ਜੀ ਮੇਰੀ ਲੱਗੀ ਪ੍ਰੀਤੀ ਨੂੰ ਸਤਿਗੁਰੂ ਤੂੰ ਐਵੇਂ ਨਾ ਤੋੜੀ, 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 ਤੋੜੀ ਮੁਖ ਦੁਨੀਆ ਮੋੜ ਲਵੇ ਮਾਲਕਾ, ਤੂੰ ਮੁਖੜਾ ਨਾ ਮੋੜੀ, ਜੀ ਮੁਖ ਦੁਨੀਆ ਮੋੜ ਲਵੇ ਸਤਿਗੁਰੂ, ਤੂੰ ਮੁਖੜਾ ਨਾ ਮੋੜੀ, ਜੀ ਮੁਖ ਦੁਨੀਆ ਮੋੜ ਲਵੇ ਪ੍ਰੀਤਮਾ, ਤੂੰ ਮੁਖੜਾ ਨਾ ਮੋੜੀ। ਸਾਰੀ ਦੁਨੀਆ ਭਾਵੇਂ ਮੁਖ ਮੋੜ ਲਵੇ, ਲੇਕਿਨ ਮੇਰੇ ਮਾਲਕਾ ਤੂੰ ਕਦੇ ਮੁਖ ਨਾ ਮੋੜੀ। ਤੇਰੇ ਤੋਂ ਬਿਨਾਂ ਇਹ ਜੀਵਨ ਕੀ ਹੈ, ਤੇਰੇ ਤੋਂ ਬਿਨਾਂ ਇੱਥੇ ਸਾਡਾ ਕੀ ਹੈ, ਤੇਰੇ ਤੋਂ ਬਿਨਾਂ ਮੇਰਾ ਕੀ ਹੈ। ਬਸ ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਹੈ ਮਾਲਕਾ, ਸਭ ਤੂੰ ਹੀ ਹੈ। ਇਸ ਕਰਕੇ ਪ੍ਰੀਤ ਪਰਸ ਪਰ ਹੋਈ, ਤੂੰ ਮੈਨੂੰ ਦੇਖੇ ਮੈਂ ਤੈਨੂੰ ਦੇਖਾਂ। ਜਿਵੇਂ ਮਹਾਰਾਜ ਜੀ ਦੇ ਬਚਨ ਹੈ ਨਾ, ਹੁਣ ਇਹ ਜਿਹੜਾ ਸ਼ਬਦ ਅੱਜ ਦਾ ਆਪਾਂ ਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਵਿਚਾਰ ਰਹੇ ਨਾ, ਜੋ ਸਾਨੂੰ ਹੁਕਮਨਾਮਾ, ਇਹ ਸ਼ਬਦ ਦੀਆਂ ਜਿੰਨੀਆਂ ਵੀ ਪੰਕਤੀਆਂ ਨੇ ਧੰਨ ਗੁਰੂ ਕਬੀਰ ਪਾਤਸ਼ਾਹ ਜੀ ਦੇ ਸ਼ਬਦ ਦੇ ਨਾਲ ਹੂ ਬਹੂ ਮੇਲ ਖਾਂਦੀਆਂ ਨੇ। ਸ਼ਬਦਾਵਲੀ ਭਾਵੇਂ ਵੱਖਰੀ ਵੱਖਰੀ, ਲੇਕਿਨ ਅੰਤਰੀ ਭਾਵ ਇੱਕੋ ਹੀ ਹੈ। ਜਿਵੇਂ ਧੰਨ ਗੁਰੂ ਕਬੀਰ ਜੀ ਮਹਾਰਾਜ ਜੀ ਦਾ ਬਚਨ ਆਪਾਂ ਸਾਂਝਾ ਕਰ ਰਹੇ ਹਾਂ, ਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਬਚਨ ਸਾਂਝੇ ਕਰ ਰਹੇ ਹਾਂ ਕਿ ਜੋ ਤਨ ਚੀਰੈ ਅੰਗ ਨਾ ਮੋਰੂ, ਪਿੰਡ ਪਰੈ ਤੋ ਪ੍ਰੀਤ ਨਾ ਤੋਰੂ। ਅੱਗੇ ਪਾਤਸ਼ਾਹ ਜੀ ਨੇ ਫਰਮਾਇਆ, ਬੇਨਤੀ ਕੀਤੀ, ਹਮ ਤੁਮ ਬੀਚ ਭਇਓ ਨਹੀਂ ਕੋਈ, ਤੁਮ ਹੈ ਸੋ ਕੰਤ ਨਾਰ ਹਮ ਸੋਈ। ਮੇਰੇ ਮਾਲਕਾ, ਤੇਰੇ ਮੇਰੇ ਔਰ ਮੇਰੇ ਤੇਰੇ ਵਿੱਚ ਕੋਈ ਤੀਜਾ ਨਾ ਹੋਵੇ। ਹਮ ਤੁਮ ਬੀਚ ਭਇਓ ਨਹੀਂ ਕੋਏ, ਤੇਰੇ ਮੇਰੇ ਔਰ ਤੇਰੇ ਮੇਰੇ ਵਿੱਚ ਕੋਈ ਤੀਜਾ ਨਾ ਹੋਵੇ। ਤੁਮ ਹੈ ਸੋ ਕੰਤ ਨਾਰ ਹਮ ਸੋਏ, ਤੂੰ ਮੇਰਾ ਖਸਮ ਬਣ ਤੇ ਮੈਂ ਤੇਰੀ ਨਾਰ ਬਣਨ ਲਈ ਤਿਆਰ ਹਾਂ। ਇਹ ਦੇਖੋ ਇਹਦੇ ਵਿੱਚ ਪ੍ਰੇਮ ਕਿੰਨਾ ਭਰਿਆ ਹੋਇਆ ਆ, ਕਿੰਨੀ ਗੂੜੀ ਪ੍ਰੀਤ ਭਰੀ ਹੋਈ ਹੈ ਇਸ ਪੰਕਤੀ ਦੇ ਅੰਦਰ। ਇਸੇ ਕਰਕੇ ਮਹਾਰਾਜ ਜੀ ਨੇ ਕਿਹਾ, ਉਹ ਸਭਨਾਂ ਦਾ ਖਸਮ ਹੈ ਭਾਈ, ਉਹਦੀਆਂ ਨਾਰਾਂ ਢੰਗ ਦੀਆਂ ਬਣ ਜਾਓ। ਜੀਵਨ ਸਾਥੀ, ਪਤਨੀ, ਜਿਹੜਾ ਦਰਜਾ ਨਾ, ਇਹ ਬੜਾ ਮਹਾਨ ਹੈ। ਤੇ ਪਤੀ ਨੂੰ ਜਿਹੜਾ ਦਰਜਾ ਮਿਲਿਆ, ਉਹ ਸਵਾਮੀ ਦਾ ਮਿਲਿਆ, ਪਰਮੇਸ਼ਰ ਦਾ ਮਿਲਿਆ। ਸਹਿ ਕੀ ਸਾਰ ਸੁਹਾਗਣ ਜਾਣੈ, ਤਜ ਅਭਿਮਾਨ ਸੁਖ ਰਲੀਆਂ ਮਾਨੈ। ਤਨ ਮਨ ਦੇ ਨਾ ਅੰਤਰ ਰਾਖੈ, ਅਵਰਾ ਦੇਖ ਨਾ ਸੁਨਿਆ ਪਾਕੈ। ਸੱਚੀ ਨਾਰ ਕਿਹਨੂੰ ਕਹਿੰਦੇ ਆ, ਸੱਚੀ ਸੁਹਾਗਣ ਕਿਹਨੂੰ ਕਹਿੰਦੇ ਆ? ਜਿਹੜੇ ਆਪਣੇ ਪਤੀ ਤੋਂ ਛੁੱਟ ਨਾ ਕਿਸੇ ਦੂਸਰੇ ਵੱਲ ਦੇਖਣਾ ਪਸੰਦ ਕਰੇ ਤੇ ਨਾ ਬੋਲਣਾ।
ਇਸੇ ਪ੍ਰਕਾਰ ਸੱਚਾ ਗੁਰਮੁਖ ਕਿਹਨੂੰ ਕਹਿੰਦੇ ਆ, ਸੱਚਾ ਰੱਬ ਦਾ ਪਿਆਰਾ ਕਿਹਨੂੰ ਕਹਿੰਦੇ ਆ? ਜਿਹੜਾ ਆਪਣਾ ਪ੍ਰੇਮ ਮਾਲਕ ਨਾਲ ਰੱਖਦਾ ਹੋਵੇ, ਜਿਹੜਾ ਆਪਣੀ ਪ੍ਰੀਤ ਪਰਮਾਤਮਾ ਨਾਲ ਰੱਖਦਾ ਹੋਵੇ। ਅਵਰਾ ਦੇਖ ਨਾ ਸੁਣੇ ਆਪਾਖੈ, ਤੇ ਜਿਹੜਾ ਨਾ ਹੋਰ ਪਾਸੇ ਝਾਤ ਮਾਰੇ, ਨਾ ਦੇਖੇ ਨਾ ਸੁਣੇ। ਭਾਵ ਦਰ ਦਰ ਡੋਲਣਾ, ਭਟਕਣਾ। ਦਰ ਦਰ ਡੋਲਣਾ, ਭਟਕਣਾ ਇਹ ਸਾਡਾ ਉਸ ਤਰ੍ਹਾਂ ਦਾ ਆ ਜਿਵੇਂ ਕੋਈ ਇਸਤਰੀ ਸੁਹਾਗਣ ਹੋਣ ਦੇ ਬਾਵਜੂਦ ਇੱਧਰ ਉੱਧਰ ਡੋਲਦੀ ਹੋਵੇ, ਭਟਕਦੀ ਹੋਵੇ। ਜਿਸ ਤਰ੍ਹਾਂ ਉਸ ਔਰਤ ਨੂੰ ਕੋਈ ਪਸੰਦ ਨਹੀਂ ਕਰਦਾ, ਤੇ ਗੁਰੂ ਪਿਆਰੀ ਸਾਧ ਸੰਗਤ ਜੀ ਚੇਤੇ ਰੱਖਣਾ, ਜਿਹੜੇ ਦਰ ਦਰ ਡੋਲਦੇ ਫਿਰਦੇ ਨਾ, ਅਸੀਂ ਸਾਨੂੰ ਵੀ ਦੇਖ ਕੇ ਲੋਕ ਇੰਜੇ ਕਹਿੰਦੇ, ਇਹਦਾ ਕੋਈ ਥਾਂ ਟਿਕਾਣਾ ਥੋੜ੍ਹੀ ਹੈ। ਅੱਜ ਉੱਧਰ ਚਲੇ ਗਏ, ਅੱਜ ਉੱਥੇ ਮੱਥੇ ਟੇਕ ਲਏ, ਅੱਜ ਉੱਧਰ ਚਲੇ ਗਏ, ਅੱਜ ਉੱਧਰ ਚਲੇ ਗਏ। ਸਾਨੂੰ ਦੇਖ ਕੇ ਵੀ ਲੋਕ ਇਹ ਕਹਿੰਦੇ ਆ, ਭਾਈ ਇਹਦਾ ਕੀ ਹੈ, ਇਹਦਾ ਕੋਈ ਥਾਂ ਟਿਕਾਣਾ ਥੋੜ੍ਹੀ ਹੈ। ਇਹ ਹਰ ਜਗ੍ਹਾ ਤੇ ਤੁਰਿਆ ਫਿਰਦਾ, ਉੱਧਰ ਵੀ ਜਾਂਦਾ, ਉੱਧਰ ਵੀ ਜਾਂਦਾ, ਉੱਧਰ ਵੀ ਜਾਂਦਾ, ਉੱਧਰ ਵੀ ਜਾਂਦਾ। ਇਹਦਾ ਕੋਈ ਇੱਕ ਟਿਕਾਣਾ ਨਹੀਂ। ਔਰ ਕਦੇ ਕਦੇ ਬਣ ਕੇ ਦੇਖੋ ਤੇ ਲੋਕ ਕਹਿਣਗੇ ਕਿ ਭਾਈ ਇਹ ਤਾਂ ਇੱਕ ਦਾ ਹੀ ਹੈ, ਇੱਕ ਦਾ ਆ। ਤੇ ਵਿਸ਼ਵਾਸ ਵੀ ਕਰਨਗੇ ਵੀ ਭਾਈ ਇਹ ਇੱਕ ਦਾ ਆ, ਇਹ ਤੇ ਵਿਸ਼ਵਾਸ ਕੀਤਾ ਜਾ ਸਕਦਾ ਆ। ਜਿਹੜਾ ਵਿਚਾਰਾ ਡੋਲਦਾ ਹੋਵੇ ਨਾ, ਉਹਨੂੰ ਕਹਿੰਦੇ ਰਹਿੰਦੇ ਇਹ ਤਾਂ ਭਟਕਦਾ ਫਿਰਦਾ, ਇਹਦਾ ਕੀ ਆ, ਇਹਨੂੰ ਕੀ ਪਤਾ। ਆਓ ਇੱਕ ਦੇ ਬਣ ਜਾਈਏ। ਮਹਾਰਾਜ ਜੀ ਕਹਿੰਦੇ ਨੇ, ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣੂ ਦੁਆ ਤੀਆ। ਕਹਿੰਦੇ ਬੜਾ ਆਨੰਦ ਹੈ ਤੁਹਾਡੇ ਕੋਲ। ਮਹਾਰਾਜ ਜੀ ਕਹਿੰਦੇ ਭਾਈ ਅੰਮ੍ਰਿਤ ਪੀਤਾ ਆ, ਆਨੰਦ ਤਾਂ ਆਪੇ ਹੋਣਾ ਆ। ਤੇ ਕਹਿੰਦੇ ਕਿੱਥੋਂ ਪੀਤਾ ਆ? ਤੇ ਮਹਾਰਾਜ ਜੀ ਕਹਿੰਦੇ ਸਤਿਗੁਰੂ ਕੋਲੋਂ ਲਿਆ ਆ। ਤੇ ਪੁੱਛਣ ਲੱਗੇ ਕਦੇ ਉੱਥੇ ਵੀ ਗਏ ਆ? ਉੱਥੇ ਵੀ ਬੜਾ ਆਨੰਦ ਹੈ। ਫਲਾਨੀ ਜਗ੍ਹਾ ਤੇ ਗਏ, ਉੱਥੇ ਵੀ ਬੜਾ ਆਨੰਦ ਹੈ। ਤੇ ਮਹਾਰਾਜ ਜੀ ਕਹਿੰਦੇ ਅਵਰ ਨਾ ਜਾਣੋ ਦੁਆ ਤੀਆ। ਮੈਂ ਕਹਿੰਦੇ ਕਿਸੇ ਦੂਜੇ ਤੀਜੇ ਨੂੰ ਨਹੀਂ ਜਾਣਦਾ, ਮੈਂ ਕਿਸੇ ਦੂਏ ਤੀਏ ਨੂੰ ਨਹੀਂ ਜਾਣਦਾ, ਮੈਂ ਤਾਂ ਬਸ ਇੱਕ ਨੂੰ ਜਾਣਦਾ ਆ। ਕਿਹਨੂੰ ਜਾਣਦਾ? ਮੈਂ ਆਪਣੇ ਸਤਿਗੁਰੂ ਨੂੰ ਜਾਣਦਾ ਆ। ਮੈਂ ਕੇਵਲ ਸਤਿਗੁਰੂ ਨੂੰ ਜਾਣਦਾ ਹਾਂ। ਇੱਕ ਦੇ ਬਣ ਜਾਈਏ, ਗੁਰੂ ਦੇ ਬਣ ਜਾਈਏ। ਜਿਹੜੀ ਗੁਰੂ ਨੇ ਬੇੜੀ ਤਿਆਰ ਕੀਤੀ, ਆਓ ਭਾਈ ਉਹਦੇ ਵਿੱਚ ਸਵਾਰ ਹੋ ਜਾਈਏ ਤੇ ਮਹਾਰਾਜ ਜੀ ਦੇ ਆਗਾਮੀ ਪੰਕਤੀਆਂ ਅਗਰਮੀ ਵਚਨਾਂ ਨਾਲ ਜੁੜੀਏ। ਸਭ ਘਟ ਅੰਤਰ ਰਮਸ ਨਿਰੰਤਰ, मैं देखत हूँ नहीं जाना, गुण सब तोर मोर सब अवगुण, कृत उपकार ना माना। सब घट अंतर रमस निरंतर। जिस मालक नाल मेरा प्यार है, ਮਹਾਰਾਜ ਜੀ ਕਹਿੰਦੇ ਉਹ ਸਭਨਾਂ ਦੇ ਅੰਦਰ ਸਮਾਇਆ ਹੋਇਆ ਆ। ਔਰ ਉਹਨੂੰ ਜੇ ਪਾਉਣਾ ਹੈ ਤੇ ਭਾਈ ਆਪਣੇ ਅੰਦਰੋਂ ਪਾਓ, ਆਪਣੇ ਅੰਦਰੋਂ ਭਾਲ ਕਰੋ। ਗੁਣ ਸਭ ਤੋਰ ਮੋਰ ਸਭ ਔਗੁਣ ਕ੍ਰਿਤਿ ਉਪਕਾਰ ਨਾ ਮਾਨਾ। ਮਹਾਰਾਜ ਜੀ ਕਹਿੰਦੇ ਮੇਰੇ ਮਾਲਕਾ, ਤੂੰ ਗੁਣਾਂ ਨਾਲ ਭਰਿਆ ਹੋਇਆ ਤੇ ਮੈਂ ਔਗੁਣਾਂ ਨਾਲ ਭਰਿਆ ਹੋਇਆ। ਤੂੰ ਗੁਣਾਂ ਨਾਲ ਭਰਿਆ ਹੋਇਆ, ਮੈਂ ਔਗੁਣਾਂ ਨਾਲ ਭਰਿਆ ਹੋਇਆ ਆ। ਔਰ ਇਹਨਾਂ ਔਗੁਣਾਂ ਦੇ ਕਰਕੇ ਮੈਂ ਆਪ ਜੀ ਦੀ ਬਖਸ਼ਿਸ਼ਾਂ, ਆਪ ਜੀ ਦੀਆਂ ਰਹਿਮਤਾਂ ਪਹਿਚਾਨੀਆਂ ਹੀ ਨਹੀਂ। ਜਿਸ ਦਿਨ ਪਹਿਚਾਣ ਜਾਓਗੇ ਕਿ ਮੇਰੇ ਗੁਰਾਂ ਦੀ ਮੈਨੂੰ ਕੀ ਦੇਣ ਆ, ਜਿਸ ਦਿਨ ਇਸ ਗੱਲ ਨੂੰ ਜਾਣ ਜਾਓਗੇ ਕਿ ਮੇਰੇ ਮਾਲਕ ਦੀ ਮੈਨੂੰ ਕੀ ਦੇਣ ਆ, ਤੇ ਸੱਚ ਜਾਣਨਾ, ਇਹ ਭਟਕਣਾ ਖਤਮ ਹੋ ਜਾਏਗੀ, ਇਹ ਡੁੱਲਣਾ ਖਤਮ ਹੋ ਜਾਏਗੀ। ਜਿਸ ਦਿਨ ਜਾਣ ਜਾਵਾਂਗੇ ਕਿ ਗੁਰੂ ਦੀ ਕੀ ਦੇਣ ਹੈ। ਵਹਿਮਾਂ ਭਰਮਾਂ 'ਚ ਪਏ ਹੋਏ ਸਾਡੇ ਲੋਕ ਅਗਿਆਨਤਾ ਦੇ ਵਸ ਦੂਸਰਿਆਂ ਦੀਆਂ ਵਧਾਈਆਂ ਚੜਾਈਆਂ ਗੱਲਾਂ ਦੇ ਵਿੱਚ ਆ ਕੇ
ਕੁਫਰਾਂ ਦੇ ਵਿੱਚ ਆ ਕੇ ਆਪਣੇ ਗੁਰੂ ਤੋਂ ਮੁੱਖ ਮੋੜ ਲੈਂਦੇ ਆ। ਤੇ ਗੁਰੂ ਪਿਆਰੀ ਸਾਧ ਸੰਗਤ ਜੀ, ਜਿਹੜਾ ਗੁਰੂ ਦਾ ਨਹੀਂ ਬਣ ਸਕਿਆ ਉਹ ਫਿਰ ਹੋਰ ਕਿਹਦਾ ਬਣੇਗਾ? ਆਪਣੇ ਬਾਪ ਨੂੰ ਛੱਡ ਦੇਣਾ, ਆਪਣਾ ਘਰ ਛੱਡ ਦੇਣਾ, ਤਾਂ ਦੂਸਰਿਆਂ ਦੇ ਘਰ ਥੋੜ੍ਹੇ ਦਿਨ ਤਾਂ ਬੜਾ ਆਨੰਦ ਮਿਲਦਾ, ਲੇਕਿਨ ਹੌਲੀ ਹੌਲੀ ਉੱਥੇ ਜਿਹੜੀ ਕਦਰ ਹੈ ਨਾ ਫਿਰ ਉਹ ਨਹੀਂ ਪੈਂਦੀ। ਮੈਂ ਹੁਣ ਇਹਨਾਂ ਗੱਲਾਂ ਨੂੰ ਬਹੁਤਾ ਜ਼ਿਆਦਾ ਵਿਸਥਾਰ ਦੇ ਵਿੱਚ ਖੁੱਲ੍ਹਣਾ ਨਹੀਂ ਚਾਹੁੰਦਾ, ਲੇਕਿਨ ਇਹ ਹੈ ਵੀ ਜਿਹੜੇ ਇੱਕ ਦੇ ਬਣ ਜਾਂਦੇ ਆ ਉਹਨਾਂ 'ਤੇ ਤਾਂ ਫਿਰ ਮਾਲਕ ਦੀ ਰਹਿਮਤ ਵੀ ਬਹੁਤ ਵਰਸਦੀ ਹੈ। ਮੈਂ ਤੋ ਤੋਰ ਮੋਰੀ ਸਮਝਸ ਕੈਸੇ ਕਰ ਨਿਸਤਾਰਾ, ਕਹਿ ਰਵਿਦਾਸ ਮਾਧੋ ਕਰੁਣਾ ਮੈਂ ਜੈ ਜੈ ਜਗ ਤੇ ਆਧਾਰਾ। ਮੇਰੇ ਮਾਲਕਾ, ਮੈਂ ਲੱਖ ਤੇ ਤੋਂ ਮੁੱਖ ਮੋੜ ਲਵਾਂ, ਲੇਕਿਨ ਤੂੰ ਕਦੇ ਮੇਰੀ ਬਾਂਹ ਨਾ ਛੱਡੀ, ਕਿਉਂਕਿ ਜਿਸ ਦਿਨ ਤੂੰ ਬਾਂਹ ਛੱਡ ਦਿੱਤੀ ਤੇ ਮੇਰਾ ਕੱਖ ਨਹੀਂ ਰਹਿਣਾ। ਇੱਕ ਬੱਚਾ ਜਿਹੜਾ ਨਾ, ਉਹ ਬੜੀ ਪੁਰਾਣੀ ਇਹ ਕਹਾਣੀ ਹੈ, ਆਪਾਂ ਕਈ ਸਤਸੰਗਾਂ ਦੇ ਵਿੱਚ ਸੁਣੀ ਹੋਣੀ। ਕਹਿੰਦੇ ਬੱਚਾ ਆਪਣੇ ਬਾਪ ਦੀ ਉਂਗਲ ਪਕੜ ਕੇ ਨਾ ਮੇਲਾ ਦੇਖਣ ਜਾਂਦਾ ਹੈ। ਹੁਣ ਮੇਲੇ ਦੇ ਵਿੱਚ ਉਹਨੂੰ ਪਹਿਲੀ ਦੁਕਾਨ 'ਤੇ ਮਠਿਆਈ ਪਈ, ਉਹਨੇ ਆਪਣੇ ਪਿਤਾ ਨੂੰ ਕਿਹਾ ਮੈਂ ਮਠਿਆਈ ਖਾਣੀ ਹੈ। ਪਿਤਾ ਨੇ ਨਹੀਂ ਲੈ ਕੇ ਦਿੱਤੀ, ਵੀ ਚੱਲ ਤੈਨੂੰ ਗਾਂਹ ਤੋਂ ਲੈ ਦਿੰਦਾ ਹੈ। ਦੂਸਰੀ ਦੁਕਾਨ ਆਈ, ਖਿਡੌਣੇ ਲੱਗੇ ਹੋਏ ਆ। ਉਸ ਬੱਚੇ ਨੇ ਆਪਣੇ ਬਾਪ ਨੂੰ ਕਿਹਾ, ਕਹਿਣ ਲੱਗਾ ਪਿਤਾ ਜੀ ਮੈਨੂੰ ਖਿਡੌਣੇ ਚਾਹੀਦੇ ਆ। ਪਿਤਾ ਕਹਿਣ ਲੱਗਾ ਚੱਲ ਕੋਈ ਗੱਲ ਨਹੀਂ, ਤੈਨੂੰ ਗਾਂਹ ਤੋਂ ਲੈ ਦੇਵਾਂਗਾ। ਹੁਣ ਬੱਚਾ ਮਾਯੂਸ ਹੋ ਗਿਆ ਵੀ ਪਹਿਲੀ ਦੁਕਾਨ 'ਤੇ ਮੈਂ ਕਿਹਾ ਉਹ ਵੀ ਨਹੀਂ ਮਿਲਿਆ, ਮੈਂ ਹੁਣ ਦੂਜੀ ਦੁਕਾਨ 'ਤੇ ਕਿਹਾ ਇਹ ਵੀ ਨਹੀਂ ਮੈਨੂੰ ਸਮਾਨ ਲੈ ਕੇ ਦਿੱਤਾ। ਤੀਸਰੀ ਦੁਕਾਨ 'ਤੇ ਝੂਲੇ ਲੱਗੇ ਹੋਏ ਆ। ਆਪਣੇ ਪਿਤਾ ਨੂੰ ਕਿਹਾ ਕਿ ਪਿਤਾ ਜੀ ਮੈਂ ਝੂਲੇ ਲੈਣੇ ਆ, ਤੇ ਪਿਤਾ ਨੇ ਝੂਲੇ ਉੱਥੇ ਵੀ ਨਹੀਂ ਲੈ ਕੇ ਦਿੱਤੇ। ਕਹਿੰਦੇ ਪੁੱਤ ਕੋਈ ਗੱਲ ਨਹੀਂ, ਮੈਂ ਤੈਨੂੰ ਗਾਂਹ ਤੋਂ ਲੈ ਦਿੰਦਾ, ਜੇ ਹੋਰ ਚੱਲ। ਉੱਥੇ ਬੱਚਾ ਹੋਰ ਜ਼ਿਆਦਾ ਮਾਯੂਸ ਹੋਇਆ, ਕਹਿਣ ਲੱਗਾ ਮੇਰਾ ਪਿਤਾ ਮੇਰੀ ਕੋਈ ਵੀ ਗੱਲ ਨਹੀਂ ਮੰਨਦਾ। ਚੌਥੀ ਦੁਕਾਨ 'ਤੇ ਗਏ, ਫਿਰ ਉੱਥੇ ਮਠਿਆਈ ਲੱਗੀ ਹੋਈ ਹੈ, ਫਿਰ ਖਾਣ ਦੀ ਜਿੱਦ ਕੀਤੀ। ਤੇ ਪਿਤਾ ਨੇ ਕਿਹਾ ਕਿ ਅੱਗੇ ਅਜੇ ਹੋਰ ਬਹੁਤ ਵਧੀਆ ਦੁਕਾਨਾਂ ਆ, ਕਿ ਮੇਲਾ ਇੱਥੇ 4 ਦੁਕਾਨਾਂ ਦਾ ਥੋੜ੍ਹੀ, ਅਜੇ ਤਾਂ 100 ਦੁਕਾਨ ਪਈ ਹੈ, ਅਜੇ ਸੈਂਕੜੇ ਦੁਕਾਨਾਂ ਪਈਆਂ, ਮੈਂ ਤੈਨੂੰ ਸਭ ਤੋਂ ਵਧੀਆ ਚੀਜ਼ ਲੈ ਕੇ ਦਿੰਦਾ, ਚੱਲ ਮੇਰੇ ਨਾਲ। ਬੱਚਾ ਆਪਣੇ ਬਾਪ ਦੀ ਗੱਲ ਨੂੰ ਸਮਝ ਨਹੀਂ ਪਾਇਆ, ਭੀੜਿਆ, ਮਾਯੂਸ ਵੀ ਹੋਇਆ ਤੇ ਨਾਰਾਜ਼ ਵੀ ਹੋ ਗਿਆ ਆਪਣੇ ਪਿਤਾ ਤੋਂ। ਜਦ ਪਿਤਾ ਤੋਂ ਨਾਰਾਜ਼ ਹੋਇਆ ਤੇ ਕਹਿੰਦੇ ਉਂਗਲ ਛੱਡੀ ਤੇ ਭੱਜ ਗਿਆ। ਹੁਣ ਦੌੜਤਾ ਗਿਆ, ਲੇਕਿਨ ਹੁਣ ਵਾਲੀ ਵਾਰਸ ਕੋਈ ਨਹੀਂ। ਹੁਣ ਸਿਰ ਦਾ ਸਾਈਂ ਕੋਲ ਨਹੀਂ ਹੈ, ਹੁਣ ਬਾਂਹ ਫੜ ਕੇ ਚਲਾਉਣ ਵਾਲਾ ਕੋਈ ਨਹੀਂ ਹੈ, ਹੁਣ ਥਾਂ ਥਾਂ ਤੇ ਰੱਖਿਆ ਕਰਨ ਵਾਲਾ ਕੋਈ ਨਹੀਂ ਹੈ। ਹੁਣ ਗੁਰੂ ਪਿਆਰੀ ਸਾਧ ਸੰਗਤ ਜੀ ਸਿਰ ਤੇ ਪਿਆਰ ਨਾਲ ਹੱਥ ਰੱਖਣ ਵਾਲਾ ਕੋਈ ਨਹੀਂ। ਹੱਥ ਹਜ਼ਾਰਾਂ ਆ ਗਏ ਬਾਅਦ ਵਿੱਚ। ਜਦੋਂ ਦੇਖਿਆ ਬੱਚਾ ਬਹੁਤ ਜ਼ਿਆਦਾ ਰੋ ਰਿਹਾ ਆ, ਕੁਝ ਦਾਨੀ ਸੱਜਣ ਆਏ, ਭਲੇ ਮਨ ਮਾਨਸ ਆਏ, ਉਹਨਾਂ ਨੇ ਉਸ ਬੱਚੇ ਨੂੰ ਪਕੜਿਆ, ਬਿਠਾਇਆ, ਪਾਣੀ ਪੂਣੀ ਪਿਲਾਇਆ, ਔਰ ਉਹਨੂੰ ਚੁੱਪ ਕਰਾਉਣ ਦੇ ਲਈ ਕੋਈ ਖਿਡੌਣੇ ਲੈ ਆਇਆ, ਕੋਈ ਮਠਿਆਈ ਲੈ ਆਇਆ, ਕੋਈ ਉਹਦੇ ਲਈ ਕੋਈ ਹੋਰ ਚੀਜ਼ ਲੈ ਆਇਆ। ਕਿਸੇ ਨੇ ਉਹਨੂੰ ਝੂਲੇ ਦੀ ਵੇਲੇ ਵੀ ਕਿਹਾ ਚੱਲ ਤੈਨੂੰ ਝੂਟੇ ਦਵਾਉਂਦੇ ਆ, ਲੇਕਿਨ ਹੁਣ ਬੱਚੇ ਨੂੰ ਕੁਝ ਵੀ ਨਹੀਂ ਚੰਗਾ ਲੱਗ ਰਿਹਾ। ਨਾ ਮਠਿਆਈ ਦੇ ਵਿੱਚ ਉਹਦਾ ਮਨ ਲੱਗ ਰਿਹਾ ਆ, ਨਾ ਝੂਲੇ ਲੈਣ ਲਈ ਮੰਨ ਰਿਹਾ ਆ, ਤੇ ਨਾ ਹੀ ਖਿਡੌਣਿਆਂ ਦੇ ਵਿੱਚ ਉਹਦਾ ਮਨ ਲੱਗ ਰਿਹਾ ਆ। ਹੁਣ ਉਹ ਆਪਣੇ ਆਪ ਨੂੰ ਬੇਸਹਾਰਾ ਮਹਿਸੂਸ ਕਰਦਾ ਆ। ਉਹਦੀ ਦੇਖਭਾਲ ਲਈ ਹੱਥ ਭਾਵੇਂ ਕਈ ਹੈ, ਲੇਕਿਨ ਉਹਨਾਂ ਹੱਥਾਂ ਦੇ ਵਿੱਚ ਜਿਹੜਾ ਬਾਪ ਦਾ ਪਿਆਰ ਹੈ ਉਹ ਨਜ਼ਰ ਨਹੀਂ ਆ ਰਿਹਾ। ਉਹਨਾਂ ਹੱਥਾਂ ਦੇ ਵਿੱਚ ਜਿਹੜਾ ਬਾਪ ਦਾ ਆਸ਼ੀਰਵਾਦ ਹੈ ਉਹ ਕਿਤੇ ਨਜ਼ਰ ਨਹੀਂ ਆ ਰਿਹਾ। ਭਾਵੇਂ ਹੁਣ ਸਭ ਕੁਝ ਕੋਲ ਹੈ, ਲੇਕਿਨ ਜਿਹੜੀ ਕਮੀ ਹੈ ਉਹ ਪੂਰੀ ਨਹੀਂ ਹੋ ਰਹੀ। ਹੁਣ ਰੋ ਰਿਹਾ ਆ ਕਿ ਮੇਰਾ ਬਾਪ ਮੈਨੂੰ ਮਿਲ ਜਾਏ। ਅੱਜ ਅਗਰ ਅਸੀਂ ਆਪਣੇ ਬਾਪ ਦੀ ਉਂਗਲ ਛੱਡਾਂਗੇ ਤਾਂ ਹੋ ਸਕਦਾ ਕੱਲ ਬੜਾ ਕੁਝ ਪਾ ਲਵਾਂਗੇ, ਲੇਕਿਨ ਜਿਹੜਾ ਬਾਪ ਦਾ ਪਿਆਰ ਹੈ ਉਹ ਪਿਆਰ ਕਿਤੇ ਨਹੀਂ ਮਿਲਦਾ। ਜਿਹੜਾ ਬਾਪ ਦਾ ਲਾਡ ਹੈ ਉਹ ਲਾਡ ਕਿਤੇ ਨਹੀਂ ਮਿਲੇਗਾ।
ਤੇ ਗੁਰੂ ਪਿਆਰੀ ਸਾਧ ਸੰਗਤ ਜੀ, ਸਭ ਕੁਝ ਹੋਣ ਦੇ ਬਾਵਜੂਦ ਵੀ ਕਿਸੇ ਦਿਨ ਇਕੱਲੇ ਮਹਿਸੂਸ ਕਰਾਂਗੇ, ਬੇਸਹਾਰਾ ਮਹਿਸੂਸ ਕਰਾਂਗੇ, ਛੁੱਟੜ ਹੋਏ ਮਹਿਸੂਸ ਕਰਾਂਗੇ। ਇਸ ਲਈ ਮੈਂ ਤੋ ਤੋਰ ਮੋਰੀ ਸਮਝਸ, ਮੇਰੇ ਮਾਲਕਾ ਜੇ ਕਿਤੇ ਮੈਂ ਤੇਰੇ ਨਾਲੋਂ ਤੋੜ ਵੀ ਲਈ ਨਾ ਤੇ ਇਹ ਮੇਰੀ ਨਾ ਸਮਝੀ ਹੋਏਗੀ, ਜਿੱਦਾਂ ਉਹ ਬੱਚਾ ਉਂਗਲ ਛਡਾ ਕੇ ਦੌੜਿਆ। ਲੇਕਿਨ ਤੇਰੇ ਨਾਲ ਤੋੜ ਕੇ ਕੈਸੇ ਕਰ ਨਿਸਤਾਰਾ, ਮੇਰਾ ਨਿਸਤਾਰਾ, ਮੇਰਾ ਭਲਾ ਕਿੱਦਾਂ ਹੋਣਾ ਆ। ਕਹਿ ਰਵਿਦਾਸ ਮਾਧੋ ਕਰੁਣਾ ਮੈਂ, ਜੈ ਜੈ ਜਗਤ ਆਧਾਰਾ। ਐ ਮੇਰੇ ਮਾਲਕਾ ਤੇਰਾ ਨਾਮ ਹੀ ਸਾਡਾ ਸਭਨਾ ਦਾ ਆਧਾਰ ਆ, ਤੇਰਾ ਨਾਮ ਹੀ ਸਭਨਾ ਦਾ ਆਧਾਰ ਹੈ। ਔਰ ਉਹ ਆਧਾਰ ਕੈਸਾ ਆ, ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਹਰ ਲੀਨੀ ਪਤ ਮੇਰੀ। ਅਬ ਕਬ ਜਬ ਤਬ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ। ਸ੍ਰੀ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦੇ ਹੁਕਮਨਾਮੇ ਦੀ ਵਿਚਾਰ, ਅੱਜ ਦੇ ਪਾਵਨ ਸ਼ਬਦ ਦੇ ਵਿਚਾਰਾਂ ਕਰਦਿਆਂ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਨੇ, ਭੁੱਲਾਂ ਹੋ ਜਾਂਦੀਆਂ ਨੇ, ਤੇ ਸੰਗਤ ਬਖਸ਼ਣਹਾਰ ਹੈ, ਗੁਰੂ ਪਾਤਸ਼ਾਹ ਜੀ ਬਖਸ਼ਣਹਾਰ ਹੈ। ਹੋਈ ਭੁੱਲ ਚੁੱਕ ਦੀ ਖਿਮਾ ਕਰਿਓ। ਤੇ ਆਓ ਆਪਾਂ ਸਾਰੇ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਦੀ ਬਾਣੀ ਨਾਲ ਜੁੜ ਜਾਈਏ, ਕਿਉਂਕਿ ਬਾਣੀ ਦੇ ਵਿੱਚ ਬੜਾ ਆਨੰਦ ਆ। ਬਾਣੀ ਦੇ ਵਿੱਚ ਉਹ ਗਿਆਨ ਹੈ ਜਿਹੜਾ ਗਿਆਨ ਸਾਡੇ ਜੀਵਨ ਦੇ ਵਿੱਚ ਆਨੰਦ ਭਰ ਸਕਦਾ ਆ, ਸਦੀ ਵੀ ਸੁੱਖ ਭਰ ਸਕਦਾ ਆ। ਸੋ ਆਈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ। ਵਿਸ਼ੇਸ਼ ਤੌਰ 'ਤੇ ਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਆਪ ਸਭ ਸੰਗਤਾਂ ਤੱਕ ਪਹੁੰਚਾਉਣ ਦਾ ਇਹ ਜੋ ਉਪਰਾਲਾ ਸਾਡੇ ਬਿੰਦਰ ਕੈਂਥ ਜੀ, ਰਵਿਦਾਸੀਆ TV ਤੋਂ ਤੇ ਉਹਨਾਂ ਦੀ ਸਾਰੀ ਟੀਮ ਜਿਹੜੀ ਇਸ ਉਪਰਾਲੇ ਦੇ ਵਿੱਚ ਲੱਗੀ ਹੋਈ ਹੈ, ਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਹੈ। ਗੁਰੂ ਮਹਾਰਾਜ ਕਿਰਪਾ ਕਰਨ ਸਾਰੀ ਟੀਮ ਦੇ ਉੱਪਰ, ਉਹਨਾਂ ਸਾਰੇ ਸੇਵਾਦਾਰਾਂ ਦੇ ਉੱਪਰ ਜਿਹੜੇ ਇਸ ਵੇਲੇ ਦੇਸ਼ ਦੀ, ਕੌਮ ਦੀ, ਸਮਾਜ ਦੀ ਸੇਵਾ ਦੇ ਵਿੱਚ ਲੱਗੇ ਹੋਏ ਆ। ਇਹਨਾਂ ਨੂੰ ਮਹਾਰਾਜ ਜੀ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ਿਸ਼ ਕਰੇ। ਬਹੁਤ ਬਹੁਤ ਧੰਨਵਾਦ। ਜੈ ਗੁਰੂਦੇਵ, ਧੰਨ ਗੁਰੂਦੇਵ।